ਅੱਜ ਆਪਾਂ ਸਟਾਰਟ ਕਰਨਾ ਦ੍ਰਿਸ਼ ਪੰਜਵਾਂ ਪੇਜ ਨੰਬਰ 59 ਇਕਾਂਗੀ ਦਾ ਅਗਲਾ ਪਾਰਟ। ਉਦੋਂ ਆਪਾਂ ख़त्म ਕੀਤਾ ਸੀਗਾ ਜਿੱਥੇ ਸੰਤੀ ਤੇ ਕਰਤਾਰੀ ਜਿਹੜੀਆਂ ਆ ਦੋਨੋਂ ਖੇਤਾਂ ਦੇ ਵਿੱਚੋਂ ਰੋਟੀ ਦੇ ਕੇ ਆਉਂਦੀਆਂ ਆ ਤੇ ਦੀਪੇ ਤੇ ਜਿੰਦੇ ਨੂੰ ਡਾਂਟਦੀਆਂ ਆ ਔਰ ਉਸ ਤੋਂ ਬਾਅਦ ਜਿਹੜੀਆਂ ਆ ਉਹ ਦੋਨੋਂ ਆਪਣੇ ਆਪਣੇ ਕੰਮਾਂ ਤੇ ਲੱਗ ਜਾਂਦੀਆਂ ਆ। ਅੱਜ ਆਪਾਂ ਦ੍ਰਿਸ਼ ਪੰਜਵਾਂ ਸ਼ੁਰੂ ਕਰਨਾ ਆ। ਫੇਰ ਇਨ ਵੇਲਾ ਦੁਪਹਿਰ ਦਾ ਵੇਲਾ ਮਤਲਬ ਸਮਾਂ। ਕਰਤਾਰੀ ਭਾਂਡੇ ਮਾਂਜ ਰਹੀ है ਤੇ ਨਾਲੇ ਆਪਣੇ ਆਪ ਨਾਲ ਗੱਲਾਂ ਕਰਦੀ ਹੈ ਕਰ ਰਹੀ ਹੈ। ਲੱਗਦਾ ਕਿਸੇ ਗੱਲੋਂ ਤਪੀ ਹੋਈ ਹੈ। ਤਪੀ ਹੋਈ ਦਾ ਮਤਲਬ ਹੁੰਦਾ ਹੈ ਗੁੱਸੇ ਦੇ ਵਿੱਚ ਹੋਣਾ। ਕਰਤਾਰੀ ਬੁਰਾ ਹਾਲ ਹੈ ਅਖੇ ਮੈਂ ਨਹੀਂ ਕਿਸੇ ਦੀ ਧੌਂਸ ਸਹਿੰਦੀ। ਧੌਂਸ ਸਹਿੰਦੀ ਦਾ ਮਤਲਬ ਹੁੰਦਾ ਰੋਬ ਸਹਿਣਾ। ਰੋਬ ਸਹਿਣਾ ਵਰਡ ਮੀਨਿੰਗ ਲਿਖ ਲਓ ਨਾਲ ਨਾਲ। ਜਿਵੇਂ ਮੈਂ ਉਹਦੀ ਧੌਂਸ ਸਹਿ ਨੂੰ ਇੱਕ ਆ ਖਸਮ ਨਹੀਂ ਕੰਮ ਦਾ। ਇਹਦੇ ਵਿੱਚ ਜਿਹੜੀ ਕਰਤਾਰੀ ਹੈ ਧੌਂਸ ਜਿਹੜੀ ਹੈ ਉਹ ਸਹਿਣ ਦੀ ਗੱਲ ਕਰਦੀ ਹੈ ਸੰਤੀ ਦੀ, ਆਪਣੇ ਆਪ ਨਾਲ ਗੱਲਾਂ ਕਰਦੀ ਪਈ ਹੈ ਔਰ ਇਹ ਕਹਿੰਦੀ ਹੈ ਕਿ ਉਹਨੇ ਜਿਹੜੀ ਆ ਸੰਤੀ ਦਾ ਰੋਬ ਕਿਸੇ ਤਰ੍ਹਾਂ ਵੀ ਸਹਿਣਾ ਨਹੀਂ ਹੈ। ਜਿਵੇਂ ਮੈਂ ਉਹਦੀ ਧੌਂਸ ਸਹਿ ਲੂੰ। ਉਹ ਕਹਿੰਦੀ ਕਿ ਉਹਨੂੰ ਸੰਤੀ ਨੂੰ ਇਹ ਲੱਗਦਾ ਹੈ ਕਿ ਜਿਵੇਂ ਕਰਤਾਰੀ ਉਹਦੀ ਜਿਹੜੀ ਆ ਰੋਬ ਨੂੰ ਸਹਿ ਲੈਗੀ ਤੇ ਨਾਲ ਹੀ ਕਹਿੰਦੀ ਹੈ ਕਿ ਉਹਦਾ ਜਿਹੜਾ ਪਤੀ ਆ ਉਹ ਵੀ ਕਿਸੇ ਕੰਮ ਦਾ ਨਹੀਂ ਹੈ। ਕੋਈ ਗੱਲ ਕਹੋ ਇਹਦੇ ਕੰਨ ਤੇ ਜੂ ਨਹੀਂ ਸਰਕਦੀ। ਆਪਣੇ ਪਤੀ ਬਾਰੇ ਕਹਿੰਦੀ ਆ ਕਿ ਸੱਜਣ ਜਿਹੜਾ ਹੈ ਕਰਤਾਰੀ ਦਾ ਪਤੀ ਉਹਨੂੰ ਜੋ ਮਰਜ਼ੀ ਕਹਿ ਲਓ ਉਹਦੇ ਉੱਪਰ ਕਿਸੇ ਚੀਜ਼ ਦਾ ਕੋਈ ਅਸਰ ਨਹੀਂ ਹੁੰਦਾ। ਅਖੇ ਦੱਬ ਘੁੱਟ ਕੇ ਗੁਜ਼ਾਰਾ ਕਰ ਲਓ। ਸੱਜਣ ਕੀ ਕਹਿੰਦਾ ਸੀ ਕਿ ਜਿਹੜਾ ਹੈ ਚੁੱਪਚਾਪ ਘਰ ਦੇ ਵਿੱਚ ਗੁਜ਼ਾਰਾ ਕਰੋ, ਲੜਨਾ ਨਹੀਂ ਚਾਹੀਦਾ। ਨਾ ਕਿਸੇ ਤੋਂ ਕੁਝ ਲੈ ਕੇ ਖਾਂਦੇ ਆ ਮੈਂ ਕਰੂੰ ਇਹਦੀ ਹਮਕੋ ਤੁਮਕੋ ਬੰਦ। ਔਰ ਕਰਤਾਰੀ ਜਿਹੜੀ ਹੈ ਉਹ ਖੀਰ ਤੇ ਕਹਿੰਦੀ ਹੈ ਕਿ ਉਹਦਾ ਪਤੀ ਜਿਹੜਾ ਹੈ ਨਕੰਮਾ ਆ, ਕਿਸੇ ਕੰਮ ਦਾ ਨਹੀਂ। ਇਸ ਕਰਕੇ ਉਹ ਖੁਦ ਹੀ ਜਿਹੜੀ ਆ ਸੰਤੀ ਜਿਹੜੀ ਆ ਸਾਰਾ ਦਿਨ ਹਮਕੋ ਤੁਮਕੋ ਕਰਦੀ ਰਹਿੰਦੀ ਆ, ਉਹ ਖੁਦ ਬੰਦ ਕਰੇਗੀ। ਸੰਤੀ ਅੰਦਰੋਂ ਸੁਣ ਕੇ ਬਾਹਰ ਆਉਂਦੀ ਹੋਈ ਨਹੀਂ ਕਹਿੰਦੀ ਕਰੇਂਗੀ ਹਮਕੋ ਤੁਮਕੋ ਬੰਦ। ਮੈਂ ਵੀ ਤੋੜ ਦੇਂਦੂ ਅੱਖਾਂ 'ਚ। ਮੈਂ ਕਹਿੰਦੀ ਆ ਕੀ ਕਹਿਣੇ ਤੂੰ ਵੱਡੀ ਹੋਵੇਂਗੀ ਤਾਂ ਆਪਣੇ ਘਰੇ ਮੇਰੇ ਨਾਲ ਆਡਾ ਨਾ ਲਾਈ। ਆਡਾ ਲੈਣਾ ਦਾ ਮਤਲਬ ਹੁੰਦਾ ਪੰਗਾ ਲੈਣਾ, ਲੜਾਈ ਪਾਉਣੀ। ਫਿਰ ਨਾ ਕਹੀਂ ਮੇਰੇ ਤੋਂ ਬੇਇੱਜ਼ਤੀ ਖਰਾਬ ਕਰਤੀ। ਸੋ ਦੋਨੋਂ ਹੀ ਧਿਰਾਂ ਜਿਹੜੀਆਂ ਆ ਘੱਟ ਨਹੀਂ ਹੈ। ਜੇ ਕਰਤਾਰੀ ਜਿਹੜੀ ਆ ਉਹ ਸੰਤੀ ਦਾ ਰੋਬ ਸਹਿਣ ਨੂੰ ਤਿਆਰ ਨਹੀਂ ਤਾਂ ਅੱਗੋਂ ਜਿਹੜੀ ਸੰਤੀ ਹੈ ਉਹ ਵੀ ਕਰਤਾਰੀ ਦੀਆਂ ਗੱਲਾਂ ਸੁਣ ਕੇ ਜਿਹੜੀ ਆ ਬਾਹਰ ਆਉਂਦੀ ਹੈ ਤੇ ਉਹ ਵੀ ਕੀ ਕਹਿੰਦੀ ਹੈ ਮੈਂ ਵੀ ਤੋੜ ਦੇ ਦੂੰ ਅੱਖਾਂ 'ਚ। ਕਿ ਉਹਨੇ ਵੀ ਜਿਹੜੀਆਂ ਆ ਉਹਦੀਆਂ ਅੱਖਾਂ ਜਿਹੜੀਆਂ ਕੱਢਦੀ ਹੈ ਨਾ ਅੰਦਰ ਨੂੰ ਵਾੜ ਦੇਣੀਆਂ ਆਉਂਦੀਆਂ। ਔਰ ਨਾਲ ਹੀ ਕਹਿੰਦੀ ਹੈ ਕਿ ਜੇ ਉਹ ਵੱਡੀ ਹੋਵੇਗੀ ਤੇ ਆਪਣੀ ਥਾਂ ਹੋਵੇਗੀ। ਮੇਰੇ ਨਾਲ ਆਡਾ ਨਾ ਲਾਈ ਵੀ ਮੇਰੇ ਨਾਲ ਜਿਹੜਾ ਆ ਪੰਗਾ ਨਾ ਲਈ, ਲੜਾਈ ਨਾ ਪਈ। ਫਿਰ ਨਾ ਕਹੀਂ ਕਿ ਮੈਂ ਵੱਡੀ ਸੀ ਤੇ ਛੋਟੀ ਨੇ ਜਿਹੜੀ ਆ ਮਤਲਬ ਭਾਵ ਸੰਤੀ ਨੇ ਉਹਦੀ ਬੇਇੱਜ਼ਤੀ ਕਰਤੀ, ਬਦਨਾਮੀ ਕਰ ਦਿੱਤੀ। ਕਰਤਾਰੀ ਨਹੀਂ ਮੈਂ ਤੇ ਤੈਨੂੰ ਕੁਝ ਕਿਹਾ? ਆਪਣੇ ਘਰ ਬੈਠੀਆਂ ਜੋ ਚਾਹਾਂ ਕਰਾਂ ਜੋ ਜੀ ਕਰੇ ਬੋਲਾਂ। ਤੈਨੂੰ ਮੈਂ ਸੱਦਣ ਗਈ ਹਾਂ ਐਵੇਂ ਟਾਰਾ ਮਾਰਨ ਲੱਗੀ। ਟਾਰਾ ਮਤਲਬ ਆਵਾਜ਼ਾਂ। ਕੰਮ ਨਾ ਕਰ ਕਦੇ ਇਸ ਕੋਲੇ ਲੱਗ ਗਈ ਅਤੇ ਕਦੇ ਉਸ ਕੋਲੇ ਲੱਗ ਗਈ। ਮਤਲਬ ਕਦੇ ਕੋਲੇ ਮਤਲਬ ਕਿਨਾਰੇ ਦੇ ਕੋਨੇ ਦੇ ਵਿੱਚ ਲੱਗ ਕੇ ਕਿਸੇ ਦੀਆਂ ਗੱਲਾਂ ਸੁਣਨੀਆਂ। ਸੋ ਕਰਤਾਰੀ ਕੀ ਕਹਿੰਦੀ ਹੈ ਕਿ ਉਹ ਆਪਣੇ ਘਰ ਆ, ਆਪਣੇ ਘਰੋਂ ਜੋ ਮਰਜ਼ੀ ਬੋਲੇ ਤੇ ਜਿਹੜੀ ਸੰਤੀ ਹੈ ਉਹ ਐਵੇਂ ਹੀ ਜਿਹੜੀ ਆ ਸਾਰਾ ਦਿਨ ਕਿਤੇ ਨਾ ਕਿਤੇ ਕਿਨਾਰੇ ਲੱਗ ਕੇ ਕਰਤਾਰੀ ਦੀਆਂ ਗੱਲਾਂ ਸੁਣਦੀ ਰਹਿੰਦੀ ਹੈ। ਸਾਰਾ ਦਿਨ ਲੋਕਾਂ ਦੀਆਂ ਗੱਲਾਂ ਦੀ ਸੁੰਘਾਈ ਤੋਂ ਬਿਨਾਂ ਹੋਰ ਕੋਈ ਕੰਮ ਨਹੀਂ। ਕਰਤਾਰੀ ਕਹਿੰਦੀ ਹੈ ਸੰਤੀ ਬਾਰੇ ਕਿ ਸਾਰਾ ਦਿਨ ਸੰਤੀ ਨੂੰ ਜਿਹੜੀਆਂ ਆ ਚੋਰੀ ਉਹਦੀਆਂ ਗੱਲਾਂ ਸੁਣਨ ਦੀ ਜਿਹੜੀ ਹੈਗੀ ਆ ਇਲਾਵਾ ਉਹਨੂੰ ਹੋਰ ਕੋਈ ਕੰਮ ਨਹੀਂ ਹੈ। ਇੱਕ ਉਹ ਮਾਊ ਜੇ ਮਾਊ ਇੱਥੇ ਕਿਹਾ ਗਿਆ ਆ ਸੰਤੀ ਦੇ ਪਤੀ ਸੁੰਦਰ ਨੂੰ। ਮਾਊ ਹੁੰਦਾ ਆ ਜਿਹੜਾ ਕੋਈ ਬੋਲ ਨਾ ਸਕੇ ਕਿਸੇ ਦੇ ਅੱਗੇ, ਮਾੜਾ ਜਿਹਾ ਬੰਦਾ। ਮਾਊ ਜੇ ਤੋਂ ਨਹੀਂ ਰੋਕ ਹੁੰਦਾ ਇਹਨੂੰ। ਕਰਤਾਰੀ ਕਹਿੰਦੀ ਹੈ ਸੰਤੀ ਬਾਰੇ ਕਿ ਸੁੰਦਰ ਜਿਹੜਾ ਆ ਉਹ ਬਿਲਕੁਲ ਨਿਕੰਮਾ ਆ, ਉਹਦੇ ਕੋਲ ਆਪਣੀ ਜਿਹੜੀ ਜਨਾਨੀ ਹੈ ਭਾਵ ਸੰਤੀ ਜਿਹੜੀ ਹੈ ਉਹ ਸਾਂਭ ਨਹੀਂ ਹੁੰਦੀ। ਸੰਤੀ ਜ਼ਬਾਨ ਸੰਭਾਲ ਕੇ ਗੱਲ ਕਰਨੀ ਵੱਡੀ ਹੈ ਰਕਾਨੇ। ਵੱਡੀ ਰਕਾਨੇ ਮਤਲਬ ਵੱਡੀ ਹੈ। ਘਰ ਦੇ ਵਿੱਚ ਜਿਹੜੀ ਕਰਤਾਰੀ ਸੀ ਉਹ ਸੰਤੀ ਨਾਲੋਂ ਵੱਡੀ ਸੀ। ਰਕਾਨ ਕਹਿੰਦੇ ਔਰਤ ਨੂੰ। ਮੈਂ ਕਹਿੰਦੀ ਆ ਚਲੋ ਹੋਊ ਸੋ ਹੋਈ ਹੁਣ ਰਹਿਣ ਦਿਆਂ ਤੂੰ ਸਿਰ ਤੇ ਹੀ ਚੜੀ ਆਉਣੀ ਹੈ। ਕਰਤਾਰੀ ਵੱਲ ਨੂੰ ਆਉਂਦੀ ਹੈ, ਉਧਰੋਂ ਕਰਤਾਰੀ ਉੱਠਦੀ ਹੈ। ਮਿਡ ਸਟੇਜ ਤੇ ਆ ਕੇ ਇੱਕ ਦੂਜੀ ਵੱਲ ਬਾਹਾਂ ਉਲਾਰਦੀਆਂ ਮਤਲਬ ਕੀ ਆ ਕਿ ਦੋਨੋਂ ਜਾਣੀਆਂ ਜਿਹੜੀਆਂ ਆ ਉਹ ਹੱਥੋਂ ਪਾਈ ਹੋਣ ਦੇ ਲਈ ਤਿਆਰ ਖੜੀਆਂ ਆ। ਸਟੇਜ ਦੇ ਉੱਪਰ ਦੋਨੋਂ ਜਿਹੜੀਆਂ ਆ ਇੱਕ ਦੂਜੇ ਦੀਆਂ ਗੱਲਾਂ ਸੁਣਦੀਆਂ ਆ ਤੇ ਦੋਨੋਂ ਜਾਣੀਆਂ ਜਿਹੜੀਆਂ ਆ ਉਹ ਪਹਿਲਾਂ ਮੂੰਹ ਚਲਾਉਂਦੀਆਂ ਤੇ ਫਿਰ ਜਿਹੜੀਆਂ ਹੱਥੋਂ ਪਾਈ ਹੋਣ ਦੇ ਲਈ ਤਿਆਰ ਖੜੀਆਂ ਨੇ। ਕਰਤਾਰੀ ਨਹੀਂ ਮੂੰਹ ਸੰਭਾਲ ਕੇ ਗੱਲ ਕਰੀ, ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ। ਸੰਤੀ ਨਹੀਂ ਇਹ ਗੱਲ ਤੂੰ ਵੀ ਵਿਚਾਰ ਲੈ ਮਤਲਬ ਸੋਚ ਲੈ। ਉਹ ਵੀ ਬਣੀ ਫਿਰਦੀ ਹੈ ਸਮਾਈ ਕਰ
समाई मतलब ਜਿਹੜਾ ਹੈ ਚੁੱਪ ਕਰਕੇ ਰਹਿ, ਬੋਲ ਨਾ। ਕਰਤਾਰੀ ਨਹੀਂ ਤੂੰ ਆਪਣੀ ਚਮੜੀ 'ਚ ਰਹਿ। ਚਮੜੀ 'ਚ ਰਹਿਣਾ ਹੁੰਦਾ ਮਤਲਬ ਆਪਣੇ ਆਪ 'ਚ ਰਹਿਣਾ, ਆਪਣੇ ਤੋਂ ਵੱਧ ਜਿਹੜੇ ਆ ਪੈਰ ਨਾ ਪਸਾਰਨਾ। ਸੋ ਸੰਤੀ ਜਿਹੜੀ ਆ ਉਹ ਜਿਹੜੀ ਕਰਤਾਰੀ ਹੈ ਉਹ ਸੰਤੀ ਨੂੰ ਕਹਿੰਦੀ ਹੈ ਕਿ ਤੂੰ ਵੀ ਆਪਣੇ ਆਪ 'ਚ ਰਹਿ, ਆਪਣੇ ਤੋਂ ਜ਼ਿਆਦਾ ਜਿਹੜੇ ਆ ਪੈਰ ਪਸਾਰਨ ਦੀ ਕੋਸ਼ਿਸ਼ ਨਾ ਕਰ। ਸੰਤੀ ਤੂੰ ਆਪਣਾ ਅੱਗਾ ਵਿਚਾਰ ਫਿਰ ਨਾ ਕਹੀਂ ਬਈ। ਗੱਲ ਅਜੇ ਵਿੱਚੋਂ ਹੈ ਕਿ ਅੰਦਰੋਂ ਸੁੰਦਰ ਜਿਹੜਾ ਥੋੜ੍ਹਾ ਨਰਮ ਸੁਭਾਅ ਦਾ ਹੈ ਆਉਂਦਾ ਆ ਸੁੰਦਰ। ਸੰਤੀ ਨੂੰ, ਸੰਤੀ ਮਤਲਬ ਆਪਣੀ ਪਤਨੀ ਨੂੰ ਕਹਿੰਦਾ ਆ ਤੂੰ ਫੇਰ ਕੰਜਰਖਾਨਾ ਸ਼ੁਰੂ ਕਰ ਲਿਆ, ਤੈਨੂੰ 100 ਵੇਰਾ ਕਿਹਾ ਬਈ ਬੜੇ ਛੋਟੇ ਦਾ ਲਿਹਾਜ਼ ਕਰ ਲਿਆ ਕਰ। ਸੋ ਸੁੰਦਰ ਜਿਹੜਾ ਆ ਉਹ ਆਪਣੀ ਪਤਨੀ ਸੰਤੀ ਨੂੰ ਸਮਝਾਉਂਦਾ ਆ ਕਿ ਉਹਨੇ ਜਿਹੜੀ ਹੈ ਫਿਰ ਘਰ ਦੇ ਵਿੱਚ ਲੜਾਈ ਸ਼ੁਰੂ ਕਰ ਦਿੱਤੀ ਹੈ, ਔਰ ਉਹਨੂੰ ਜਿਹੜਾ ਆ ਉਹਨੇ ਬਥੇਰੀ ਵਾਰੀ ਸਮਝਾਇਆ ਸੀ ਕਿ ਲੜਨ ਤੋਂ ਪਹਿਲਾਂ ਜਿਹੜਾ ਆ ਛੋਟਾ ਵੱਡਾ ਵੇਖ ਲਿਆ ਕਰ। ਸੰਤੀ ਨਾ ਮੈਂ ਹੀ ਸਮਝਾ ਨੂੰ, ਇਹਨੂੰ ਕੋਈ ਨਹੀਂ ਅਕਲ ਦੇਣ ਵਾਲਾ। ਸੋ ਸੰਤੀ ਜਿਹੜੀ ਆ ਆਪਣੇ ਪਤੀ ਦਾ ਵਿਰੋਧ ਕਰਦੀ ਆ ਕਿ ਹਮੇਸ਼ਾ ਜਿਹੜਾ ਆ ਉਹਦਾ ਹੀ ਮੂੰਹ ਬੰਦ ਕਰਾਇਆ ਜਾਂਦਾ ਆ, ਕਰਤਾਰੀ ਨੂੰ ਕੋਈ ਕੁਛ ਨਹੀਂ ਕਹਿੰਦਾ। ਅਚਾਨਕ ਬਾਹਰੋਂ ਕਈ ਚੁੱਕ ਕੇ ਸੱਜਣ ਆਉਂਦਾ ਹੈ। ਸੰਤੀ ਦੇ ਬੋਲ ਉਹਦੇ ਕੰਨੀ ਪੈਂਦੇ ਹਨ। ਸੰਤੀ ਵੇਖਦਿਆਂ ਪੱਲਾ ਕਰ ਲੈਂਦੀ ਹੈ। ਆਮ ਕਰਕੇ ਜਿਹੜਾ ਹੈ ਪੰਜਾਬੀ ਕਲਚਰ ਦੇ ਵਿੱਚ ਜਦੋਂ ਕੋਈ ਵੱਡਾ ਆਵੇ ਤਾਂ ਜਿਹੜੀਆਂ ਘਰ ਦੇ ਵਿੱਚ ਔਰਤਾਂ ਨੇ ਨਾ ਘੁੰਡ ਕੱਢ ਲੈਂਦੀਆਂ ਆ। ਇਸੇ ਕਰਕੇ ਜਦੋਂ ਸੱਜਣ ਜਿਹੜਾ ਕਿ ਰਿਸ਼ਤੇ ਦੇ ਵਿੱਚ ਸੰਤੀ ਦਾ ਜੇਠ ਲੱਗਦਾ ਆ, ਉਹਨੂੰ ਦੇਖਦਿਆਂ ਹੀ ਉਹ ਆਪਣਾ ਸਿਰ ਢੱਕ ਲੈਂਦੀ ਹੈ, ਘੁੰਡ ਕੱਢ ਲੈਂਦੀ ਹੈ, ਪੱਲਾ ਲੈਂਦੀ ਹੈ। ਸੱਜਣ ਹੈਗੇ ਅਕਲ ਦੇਣ ਵਾਲੇ, ਤੁਹਾਨੂੰ ਸਾਰਿਆਂ ਨੂੰ ਅਕਲ ਦੇਣ ਵਾਲੀ ਆ। ਮੈਂ ਕਹਿੰਦਾ ਚਲੋ ਛੱਡੋ, ਪਰ ਤੁਹਾਡੇ ਕੰਨਾਂ 'ਤੇ ਜੂੰ ਨਹੀਂ ਸਰਕਦੀ, ਮਤਲਬ ਕੋਈ ਅਸਰ ਨਹੀਂ ਹੁੰਦਾ, ਨਾ ਸੰਤੀ 'ਤੇ ਕੋਈ ਅਸਰ ਹੁੰਦਾ ਅਤੇ ਨਾ ਹੀ ਕਰਤਾਰੀ 'ਤੇ। ਅਚਾਨਕ ਕਰਤਾਰੀ ਵਾ ਤੂੰ ਮੇਰੇ ਤੋਂ ਹੁਣ ਟੱਬੇ ਖਾ ਕੇ, ਟੱਬਾ ਹੁੰਦਾ ਮੋਟਾ ਡੰਡਾ, ਮੋਟੇ ਡੰਡੇ ਦੀ ਮਾਰ ਖਾਣੀ, ਹੁਣ ਟੱਬੇ ਖਾ ਕੇ ਹੀ ਹਟੇਂਗੀ। ਸੋ ਜਿਹੜਾ ਸੱਜਣ ਹੈ ਆਪਣੀ ਪਤਨੀ ਨੂੰ ਧਮਕੀ ਦਿੰਦਾ ਕਿ ਹੁਣ ਉਹ ਕੋ ਸੋਟੇ ਦੀ ਮਾਰ ਖਾ ਕੇ ਹੀ ਹਟੇਗੀ। ਮੇਰਾ ਇੱਕ ਵਾਰ ਕਿਹਾ ਸਮਝਾਇਆ ਨਹੀਂ ਮਨੀਂਦਾ, ਜਿਵੇਂ ਦੋਹਾਂ ਨੂੰ ਕਹਿ ਰਿਹਾ ਹੋਵੇ। ਸੋ ਸੱਜਣ ਜਿਹੜਾ ਆ ਉਹ ਥੋੜ੍ਹਾ ਡਾਢੇ ਸੁਭਾਅ ਦਾ ਹੈ। ਇੱਕ ਪਾਸੇ ਜਿਹੜਾ ਸੁੰਦਰ ਆ ਉਹ ਨਰਮ ਸੁਭਾਅ ਦਾ ਆ, ਪਰ ਜਿਹੜਾ ਸੱਜਣ ਹੈ ਉਹ ਥੋੜ੍ਹਾ ਡਾਢੇ ਸੁਭਾਅ ਦਾ ਹੈ। ਇਸ ਕਰਕੇ ਉਹ ਇੱਕੋ ਵਾਰੀ ਜਿਹੜਾ ਹੈ ਕਰਤਾਰੀ ਅਤੇ ਸੰਤੀ ਨੂੰ ਸਮਝਾਉਂਦਾ ਆ ਕਿ ਦੋਨੋਂ ਜਾਣੀਆਂ ਹਟ ਜਾਓ, ਨਹੀਂ ਤਾਂ ਡੰਡੇ ਦੀ ਮਾਰ ਜਿਹੜੀ ਆ ਉਹ ਪਏਗੀ। ਕਰਤਾਰੀ ਥੋੜ੍ਹਾ ਜਰ ਕੇ ਮਤਲਬ ਸਹਿਣ ਕਰਕੇ, ਨਾ ਜੀ ਮੈਂ ਹੁਣ ਕੀ ਕਿਹਾ, ਮੈਂ ਤਾਂ ਆਪਣੇ ਘਰ ਬੈਠੀ ਆਪਣੇ ਆਪ ਨਾਲ ਗੱਲਾਂ ਕਰਦੀ ਸੀ, ਇਹਨੇ ਕੋਲੋਂ ਸੁੰਘਦੀ ਨੇ ਲਾ ਲਿਆ ਆਡਾ। ਸੁੰਘਦੀ ਨੇ ਮਤਲਬ ਚੋਰੀ ਛਿਪੇ ਗੱਲਾਂ ਸੁਣਦੀ ਨੇ ਉਹਦੇ ਨਾਲ ਆਡਾ ਲੈ ਲਿਆ, ਮਤਲਬ ਪੰਗਾ ਲੈ ਲਿਆ। ਸੰਤੀ ਇੱਕਦਮ ਬੋਲਣ ਲੱਗਦੀ ਹੈ ਨਾ ਮੈਂ ਲਿਆ ਆਡਾ ਕਿ ਤੂੰ। ਅਚਾਨਕ ਸੱਜਣ ਉਹਨੂੰ ਵਿੱਚੋਂ ਕੱਟ ਕੇ, ਸੱਜਣ ਗੱਲ ਸੁਣ ਲਓ ਮੇਰੀ ਕੰਨ ਖੋਲ ਕੇ, ਤੁਸੀਂ ਦੋਵੇਂ ਤੀਵੀਂ ਖਸਮ ਤੇ ਨਾਲੇ ਤੂੰ ਕਰਤਾਰੀਏ ਘਰ ਤੇ ਅੱਡ, ਜ਼ਮੀਨ ਦਿੱਤੀ ਵੰਡ। ਬਾਪੂ ਨੇ ਗੱਲ ਸਾਰੀ ਨਿਬੇੜੀ ਪਈ ਹੈ। ਸੋ ਸੱਜਣ ਜਿਹੜਾ ਆ ਘਰ ਦੇ ਵਿੱਚ ਵੱਡਾ ਪੁੱਤਰ ਆ ਔਰ ਥੋੜ੍ਹਾ ਡਾਢੇ ਸੁਭਾਅ ਦਾ ਆ। ਅਖੀਰ ਜਦੋਂ ਕਰਤਾਰੀ ਅਤੇ ਸੰਤੀ ਕਿਸੇ ਦੇ ਹੱਥੋਂ ਕਾਬੂ ਨਹੀਂ ਆਉਂਦੀਆਂ ਤਾਂ ਫਿਰ ਜਿਹੜਾ ਆ ਉਹ ਥੋੜ੍ਹਾ ਡਾਂਟ ਦੇ ਲਹਿਜੇ ਦੇ ਵਿੱਚ ਕਹਿੰਦਾ ਆ ਸੰਤੀ ਨੂੰ, ਉਹਦੇ ਪਤੀ ਸੁੰਦਰ ਨੂੰ, ਅਤੇ ਨਾਲੇ ਆਪਣੀ ਪਤਨੀ ਕਰਤਾਰੀ ਨੂੰ ਕਹਿੰਦਾ ਆ ਕਿ ਜਿਹੜਾ ਆ ਬਾਪੂ ਨੇ ਘਰ ਜਿਹੜਾ ਆ ਵੰਡ ਦਿੱਤਾ ਆ, ਜ਼ਮੀਨ ਵੀ ਵੰਡ ਦਿੱਤੀ ਹੈ, ਔਰ ਬਾਪੂ ਨੇ ਜਿਹੜਾ ਹੈ ਸਾਰੀ ਗੱਲ ਨਿਬੇੜ ਦਿੱਤੀ ਹੈ। ਮਤਲਬ ਜ਼ਮੀਨ ਅਲੱਗ ਹੋ ਗਈ, ਘਰ ਵੀ ਅਲੱਗ ਹੋ ਗਿਆ। ਇਸ ਕਰਕੇ ਹੁਣ ਗੱਲ ਤਾਂ ਖਤਮ ਹੈ, ਲੜਾਈ ਝਗੜੇ ਵਾਲਾ ਤਾਂ ਕੋਈ ਕਾਰਨ ਹੀ ਨਹੀਂ ਹੈ, ਆਪਣੇ ਘਰ ਰਹੋ। ਇਸ ਕਰਕੇ ਜਿਹੜਾ ਆ ਸੱਜਣ ਸਮਝਾਉਂਦਾ ਹੈ ਕਿ ਬੰਦਿਆਂ ਵਾਂਗੂ ਜਿਹੜਾ ਆ ਸਾਰੇ ਜਾਣੇ ਆਪਣੇ ਘਰ ਰਹੋ, ਲੜਾਈ ਝਗੜੇ ਵਾਲਾ ਕੋਈ ਕਾਰਨ ਨਹੀਂ। ਫਿਰ ਜੇ ਮੈਨੂੰ ਚੜ੍ਹ ਗਿਆ ਨਾ ਰੋਣ, ਅਜਿਹੀ ਕਰੂੰ ਸਾਰਿਆਂ ਨਾਲ ਬਈ ਅਗਲਾ ਪਿਛਲਾ ਚੱਕੋਗੇ। ਉਹ ਕਹਿੰਦਾ ਕਿ ਸੁਧਰ ਜਾਓ, ਕਿਉਂਕਿ ਜਦੋਂ ਉਹਨੂੰ ਗੁੱਸਾ ਚੜ੍ਹ ਗਿਆ ਨਾ ਤਾਂ ਉਹਨੇ ਜਿਹੜਾ ਆ ਦੋਨਾਂ ਦਾ ਉਹ ਹਾਲ ਕਰਨਾ ਹੈ ਨਾ ਕਿ ਫਿਰ ਦੋਨੋਂ ਜਾਣੀਆਂ ਯਾਦ ਕਰਨਗੀਆਂ। ਇੰਨੀ ਜ਼ੋਰ ਨਾਲ ਸਮਝੋ ਕਹਿੰਦਾ ਹੈ ਕਿ ਬਾਕੀ ਸਾਰੇ ਤਰਬਕ ਕੇ ਮਤਲਬ ਘਬਰਾ ਕੇ ਆਪਣੇ ਘਰ ਨੂੰ ਤੁਰ ਪੈਂਦੇ ਆ। ਦ੍ਰਿਸ਼ 6ਵਾਂ ਫੇਡ ਇਨ। ਗੱਡੇ ਦੇ ਪਹੀਏ ਤੇ ਬਜ਼ੁਰਗ ਦੇ ਦੋਵੇਂ ਮੁੰਡੇ ਭਾਵ ਦੀਪਾ ਤੇ ਜਿੰਦਾ ਬੈਠੇ ਹਨ ਤੇ ਗੰਭੀਰ ਗੱਲਾਂ ਬਾਤਾਂ ਕਰ ਰਹੇ ਜਾਪਦੇ ਹਨ। ਦੀਪਾ ਨਾ ਬਾਬਾ ਜੀ ਹੁਣ ਕੀ ਕਰੀਏ, ਚਾਰੇ ਪਾਸੇ ਅੱਗ ਮੱਚਦੀ ਏ, ਸਾਹ ਕਿਤੋਂ ਆਉਂਦਾ ਨਹੀਂ ਦਿਸਦਾ। ਆਹ ਲੁੱਟ ਮਾਰ ਕਤਲ ਖੋਹ ਤਾਂ ਨਿੱਤ ਦੀ ਗੱਲ ਹੋ ਗਈ। ਜਾਨ ਨੂੰ ਅੱਡ ਸੰਸੇ ਹੁੰਦੇ ਆ ਖਤਰੇ, ਕਿ ਜਾਨ ਨੂੰ ਜਿਹੜੇ ਅਲੱਗ ਖਤਰੇ ਪਏ ਹੋਏ ਨੇ, ਤੇ ਇੱਧਰ ਸਾਡੇ ਘਰ ਦੇ ਸਭ ਕਾਸੇ ਤੋਂ ਬੇਖਬਰ ਆਪਣੇ ਆਪ 'ਚ
ਕੁਸ਼ਤਬਾਜੀ 'ਚ ਲੱਗੇ ਹੋਏ। ਕੁਸ਼ਤਬਾਜੀ ਹੁੰਦਾ ਹੈ ਹੱਥੋਂ ਪਾਈ ਲੜਾਈ ਝਗੜੇ 'ਚ। ਹੁਣ ਇੱਥੇ ਜਿਹੜਾ ਦੀਪਾ ਆ ਉਹ ਕੀ ਕਹਿੰਦਾ ਆ ਕਿ ਅੱਜ ਕੱਲ੍ਹ ਜਿਹੜਾ ਸਾਡੇ ਸਮਾਜ ਦਾ ਹਾਲ ਹੈ ਬਹੁਤਾ ਸ਼ਾਂਤੀ ਵਾਲਾ ਨਹੀਂ ਹੈ। ਕਿਉਂਕਿ ਅੱਜ ਕੱਲ੍ਹ ਜਿਹੜਾ ਆ ਇਹ ਲੜਾਈ ਝਗੜਾ, ਅੱਗਾਂ ਲੱਗਣੀਆਂ, ਲੁੱਟ ਮਾਰ, ਕਤਲ ਜਿਹੜਾ ਆ ਉਹ ਨਿੱਤ ਦੀਆਂ ਖਬਰਾਂ ਹੋ ਗਈਆਂ, ਆਮ ਗੱਲਾਂ ਹੋ ਗਈਆਂ। ਰੋਜ਼ ਜਿਹੜਾ ਆ ਕੋਈ ਨਾ ਕੋਈ ਕਲਾ ਕਲੇਸ਼ ਜਿਹੜਾ ਆ ਉਹ ਸੁਣਨ ਨੂੰ ਮਿਲਦਾ ਆ। ਪਰ ਸਾਡੇ ਜਿਹੜੇ ਘਰ ਦੇ ਲੋਕ ਹੈ ਇਹਨਾਂ ਸਾਰੀਆਂ ਗੱਲਾਂ ਤੋਂ ਬੇਖਬਰ ਹੋ ਕੇ ਆਪਣੀ ਹੀ ਲੜਾਈ ਝਗੜੇ ਦੇ ਵਿੱਚ ਪਏ ਹੋਏ ਆ। ਜਿੰਦਾ ਨਾ ਹੋਰ ਕੀ ਆ ਨਿੱਤ ਕੰਜਰ ਕਲੇਸ਼। ਸਾਡੀਆਂ ਮਾਤਾਵਾਂ ਵੀ ਸਮਝ ਨਹੀਂ ਆਉਂਦੀ ਬਈ ਸਿਆਣੀਆਂ ਬਿਆਣੀਆਂ ਨੂੰ ਅਸੀਂ ਸਮਝਾਉਂਦੇ ਵੀ ਚੰਗੇ ਨਹੀਂ ਲੱਗਦੇ। ਸੋ ਇੱਥੇ ਜਿਹੜਾ ਜਿੰਦਾ ਹੈ ਉਹ ਆਪਣੀ ਮਜਬੂਰੀ ਦੱਸਦਾ ਆ ਕਿ ਉਹਨਾਂ ਦੇ ਜਿਹੜੀਆਂ ਦੋਨਾਂ ਦੀਆਂ ਮਾਵਾਂ ਨੇ ਉਮਰ ਵਿੱਚ ਉਹਨਾਂ ਤੋਂ ਵੱਡੀਆਂ, ਰਿਸ਼ਤੇ ਵਿੱਚ ਵੀ ਸਿਆਣੀਆਂ ਨੇ, ਇਸ ਕਰਕੇ ਉਹ ਆਪਣੀਆਂ ਮਾਵਾਂ ਨੂੰ ਸਮਝਾਉਂਦੇ ਚੰਗੇ ਨਹੀਂ ਲੱਗਦੇ। ਹਾਲਾਂਕਿ ਦੋਨੋਂ ਜਿਹੜੇ ਪੋਤੇ ਆ ਬਾਬੇ ਦੇ ਉਹ ਇਸ ਚੀਜ਼ ਨੂੰ ਸਮਝਦੇ ਆ ਕਿ ਘਰ ਦੇ ਜੋ ਹਾਲਾਤ ਆ ਉਹਨਾਂ ਦੀਆਂ ਮਾਵਾਂ ਕਰਕੇ ਆ, ਪਰ ਸੰਤੀ ਤੇ ਕਰਤਾਰੀ ਇਸ ਚੀਜ਼ ਨੂੰ ਸਮਝਣ ਦੇ ਲਈ ਤਿਆਰ ਨਹੀਂ ਹੈ। ਨਾ ਕੋਈ ਗੱਲ ਨਾ ਕੋਈ ਬਾਤ, ਨਿੱਤ ਆਡਾ, ਮਤਲਬ ਕਿ ਨਾ ਕੋਈ ਲੜਾਈ ਦਾ ਕਾਰਨ, ਪਰ ਫਿਰ ਵੀ ਉਹ ਦੋਨੋਂ ਜਾਣੀਆਂ ਜਿਹੜੀਆਂ ਆ ਲੜਾਈ ਪਾ ਕੇ ਬੈਠੀਆਂ ਰਹਿੰਦੀਆਂ। ਅਕੇ ਸੂਤ ਨਾ ਪਤਾਨ ਜੁਲਾਹੇ ਨਾਲ ਠੈਂਗਾ ਫੇਹੀ। ਹੁਣ ਜਿਹੜਾ ਜੁਲਾਹਾ ਆ ਉਹ ਕੱਪੜੇ ਰੰਗਣ ਦਾ ਕੰਮ ਕਰਦਾ ਆ। ਹੁਣ ਤੁਸੀਂ ਜਿਹੜਾ ਹੈ ਦੇਖੋ ਕਿ ਜੇਕਰ ਤੁਹਾਡੇ ਕੋਲ ਜਿਹੜਾ ਜੁਲਾਹਾ ਹੈ ਕੱਪੜਾ ਕੱਤਦਾ ਆ ਉਹਨੂੰ ਰੰਗਦਾ ਆ। ਹੁਣ ਜੇਕਰ ਮੰਨ ਲਓ ਕਿ ਤੁਸੀਂ ਜਿਹੜਾ ਆ ਕੋਈ ਕੰਮ ਆਪਣਾ ਜੁਲਾਹੇ ਨੂੰ ਦਿੱਤਾ ਹੀ ਨਹੀਂ ਆ, ਸੂਤ ਕਹਿੰਦੇ ਆ ਧਾਗੇ ਨੂੰ, ਨਾ ਉਹਨੂੰ ਤੁਸੀਂ ਰੰਗਣ ਦੇ ਲਈ ਨਾ ਉਹਨੂੰ ਪਿੰਜਣ ਲਈ ਕੁਛ ਦਿੱਤਾ ਹੀ ਨਹੀਂ ਹੈ, ਤਾਂ ਤੁਸੀਂ ਐਵੇਂ ਜਾ ਕੇ ਉਹਦੇ ਨਾਲ ਆਡਾ ਪਾਈ ਜਾਂਦੇ ਆ ਕਿ ਮੇਰੀ ਜਿਹੜਾ ਹੈ ਸੂਤ ਵਾਪਸ ਕਰ। ਤਾਂ ਕਹਿ ਲਓ ਕਿ ਬਿਨਾਂ ਗੱਲ ਤੋਂ ਜਿਹੜਾ ਹੈ ਜੁਲਾਹੇ ਦੇ ਨਾਲ ਲੜਾਈ ਪਾਉਣ ਵਾਲਾ ਕਾਰਨ ਹੋਇਆ। ਸੋ ਇੱਥੇ ਵੀ ਜਿਹੜਾ ਉਹੀ ਹਾਲਾਤ ਹੈ ਕਿ ਨਾ ਤਾਂ ਉਹਨਾਂ ਦੇ ਘਰ ਕੋਈ ਜ਼ਮੀਨ ਦਾ ਝਗੜਾ ਆ, ਨਾ ਉਹਨਾਂ ਦੇ ਘਰ ਕੋਈ ਕਹਿ ਲਓ ਕਿ ਜਿਹੜਾ ਘਰ ਆ ਉਹਦਾ ਕੋਈ ਝਗੜਾ ਹੈ, ਕਿਉਂਕਿ ਘਰ ਵੀ ਵੰਡਿਆ ਗਿਆ ਤੇ ਜ਼ਮੀਨ ਵੀ। ਇਸ ਕਰਕੇ ਬਿਨਾਂ ਕਾਰਨ ਤੋਂ ਜਿਹੜੀਆਂ ਆ ਦਰਾਣੀ ਜਠਾਣੀ, ਕਹਿਣ ਭਾਵੇਂ ਉਹ ਦਰਾਣੀ ਜਠਾਣੀ ਆ ਪਰ ਸਖੀਆਂ ਭੈਣਾਂ ਵੀ ਆ, ਨਿੱਤ ਕਲਾ ਕਲੇਸ਼ ਕਰਦੀਆਂ ਬਿਨਾਂ ਕਾਰਨ ਤੋਂ। ਠੈਂਗਾ ਫੈਹੀ ਹੁੰਦਾ ਬਿਨਾਂ ਕਾਰਨ ਲੜਨਾ। ਦੀਪਾ ਆਹ ਕੱਲ੍ਹ ਫਿਰ ਭਗਾਣੀ ਦਾ ਯੁੱਧ ਲੱਗਿਆ ਸੀ, ਕਹਿੰਦੇ ਜਦੋਂ ਅਸੀਂ ਕਾਲਜ ਗਏ ਹੋਏ ਸੀ। ਕਿਉਂ ਜਿੰਦੇ? ਸੋ ਦੀਪਾ ਜਿਹੜਾ ਹੈ ਕਹਿੰਦੇ ਕਿ ਜਦੋਂ ਦੋਨੋਂ ਭਰਾ ਜਿਹੜੇ ਆ ਕਾਲਜ ਗਏ ਹੋਏ ਸੀ ਉਹਨਾਂ ਦੇ ਘਰ ਫਿਰ ਪਿੱਛੋਂ ਜਿਹੜੀ ਆ ਲੜਾਈ ਹੋਈ ਬੜੀ ਜ਼ਬਰਦਸਤ। ਜਿੰਦਾ ਆਹੋ ਮੈਨੂੰ ਵੀ ਲੱਗ ਗਿਆ ਪਤਾ, ਬਾਪੂ ਸਾਡੇ ਆਲਾ ਵਿਚਾਰਾ ਨਰਮ ਹੈ, ਉਹਦੀ ਵਾਹ ਨਹੀਂ ਜਾਂਦੀ। ਸੋ ਜਿੰਦਾ ਜਿਹੜਾ ਆਪਣੇ ਪਿਓ ਬਾਰੇ ਕਹਿੰਦਾ ਸੁੰਦਰ ਬਾਰੇ ਕਿ ਉਹਦਾ ਜਿਹੜਾ ਪਿਤਾ ਆ ਥੋੜ੍ਹੇ ਨਰਮ ਸੁਭਾਅ ਦਾ ਆ, ਉਹਦਾ ਕੋਈ ਵਾਹ ਨਹੀਂ ਜਾਂਦਾ, ਵਸ ਨਹੀਂ ਚੱਲਦਾ, ਸੰਤੀ ਉਹਦੀ ਕੋਈ ਗੱਲ ਨਹੀਂ ਮੰਨਦੀ ਔਰ ਨਿੱਤ ਕਲੇਸ਼ ਪਾਉਂਦੀ ਹੈ। ਕਹਿੰਦੇ ਤਾਇਆ ਜੀ ਨੇ ਫਿਰ ਚੰਗਿਆ ਰਗੜਾ। ਸੋ ਅਖੀਰ ਜਿਹੜਾ ਆ ਉਹ ਕਿਹਨੇ ਚੁੱਪ ਕਰਾਇਆ? ਸੱਜਣ ਨੇ ਜਿਹੜਾ ਸੀ ਉਹ ਚੁੱਪ ਕਰਾਇਆ ਤੇ ਦੋਨੋਂ ਧਿਰਾਂ ਜਿਹੜੀਆਂ ਸੀ ਉਹ ਸ਼ਾਂਤ ਹੋਈਆਂ। ਨਾ ਤੁਸੀਂ ਬਾਬਾ ਜੀ ਨੇ ਕੀਤੇ ਸਾਮਰਥ ਦਰਸ਼ਨ। ਸਾਮਰਥ ਹੁੰਦਾ ਹੈ ਸਾਹਮਣੇ ਦਰਸ਼ਨ ਕਰਨੇ। ਸੋ ਜਿਹੜਾ ਹੈ ਜਿੰਦਾ ਬਾਬਾ ਜੀ ਨੂੰ ਮਤਲਬ ਬਜ਼ੁਰਗ ਤੋਂ ਪੁੱਛਦਾ ਹੈ ਕਿ ਜਿਹੜਾ ਕੱਲ੍ਹ ਮਹਾਭਾਰਤ ਘਰ ਦੇ ਵਿੱਚ ਛਿੜਿਆ ਸੀ ਕਿ ਉਹਨਾਂ ਨੇ ਉਸ ਮਹਾਭਾਰਤ ਦੇ ਸਾਹਮਣੇ ਦਰਸ਼ਨ ਕੀਤੇ। ਬਜ਼ੁਰਗ ਠਰਮੇ ਨਾਲ ਰਹਿਣਾ ਕਿੱਥੇ ਪੁੱਤਰੋ, ਬਸ ਇਸੇ ਕੋਠੜੀ 'ਚ ਬੈਠਾ ਸੁਣਦਾ ਰਿਹਾ ਸਾਰਾ ਕੁਛ, ਨਾਲੇ ਮੇਰੀ ਸੁਣੂ ਵੀ ਕੌਣ, ਮੈਂ ਤਾਂ ਕੰਧੀ ਰੁਖੜਾ ਹੁੰਦਾ ਮਰਨ ਦੇ ਕਿਨਾਰੇ। ਹੁਣ ਜਿਹੜਾ ਬਜ਼ੁਰਗ ਸੀ ਉਹ ਆਪਣੀ ਬੇਵਸੀ ਦੱਸਦਾ ਹੈ ਇੱਥੇ ਕਿ ਘਰ ਦੇ ਵਿੱਚ ਕੋਈ ਵੀ, ਬੇਸ਼ੱਕ ਉਹ ਵੱਡਾ ਆ, ਸਿਆਣਾ ਆ, ਬਜ਼ੁਰਗ ਆ, ਪਰ ਘਰ ਦੇ ਵਿੱਚ ਕੋਈ ਵੀ ਉਹਦੀ ਮੰਨਣ ਨੂੰ ਤਿਆਰ ਨਹੀਂ ਹੈ। ਹੁਣ ਉਹਦੀ ਉਮਰ ਜਿਹੜੀ ਹੈ ਉਹ ਕੰਧੀ ਰੁਖੜੇ ਦੇ ਕਹਿ ਲਓ ਕਿ ਮਰਨ ਦੇ ਕਿਨਾਰੇ ਹੈ, ਬਜ਼ੁਰਗ ਹੋ ਚੁੱਕਾ ਹੈ, ਬਸ ਆਹ ਦਿਨ ਦੇਖਣ ਨੂੰ ਹੀ ਜਿਉਂਦਾ ਬਚਿਆ ਸੀ। ਸ਼ਾਇਦ ਘਰ ਦੇ ਵਿੱਚ ਇਹ ਨਿੱਤ ਦਾ ਕਲੇਸ਼ ਜਿਹੜਾ ਹੈ, ਲੜਾਈ ਝਗੜਾ ਦੇਖਣ ਦੇ ਲਈ ਹੀ ਕਹਿ ਲਓ ਉਹਦੀ ਉਮਰ ਜਿਹੜੀ ਆ ਪਈ ਹੈ, ਜਿਸ ਕਰਕੇ ਉਹ ਬਹੁਤ ਦੁਖੀ ਤੇ ਪਰੇਸ਼ਾਨ ਹੈ। ਕਿਉਂ ਪਰੇਸ਼ਾਨ ਹੈ? ਕਿਉਂਕਿ ਉਹਨੇ ਹਮੇਸ਼ਾ ਜਿਹੜਾ ਸੀ ਇੱਕ ਸੁਖੀ ਪਰਿਵਾਰ ਦਾ ਸੁਪਨਾ ਵੇਖਿਆ ਸੀ। ਦੋਵੇਂ ਬਾਬਾ ਜੀ ਨਾ ਕਰੋ, ਸਾਡਾ ਵੀ ਮਨ ਖਰਾਬ ਹੁੰਦਾ। ਬਜ਼ੁਰਗ ਆ ਜਿਹੜਾ ਬੇਟਾ ਪੈਰਾ ਸ਼ੁਰੂ ਹੋ ਰਿਹਾ ਦੈਟ ਇਜ਼ ਵੈਰੀ ਇੰਪੋਰਟੈਂਟ, ਟਿਕ ਕਰ ਲਓ ਇਹਨੂੰ ਸੰਭਲ ਕੇ। ਹੋਰ ਪੁੱਤਰੋ ਫੂਹੀ ਕਰਕੇ ਬਣ। ਫੂਹੀ ਹੁੰਦਾ ਥੋੜਾ ਕਰਕੇ ਪੈਸਾ ਜੋੜਨਾ, ਭੋਰਾ ਕਰਕੇ। ਰੌਲਿਆਂ ਗੋਲਿਆਂ ਦੇ ਉਜਾੜੇ ਸੇ। ਰੌਲੇ ਗੋਲੇ ਹੁੰਦੇ ਆ ਜਦੋਂ ਅੱਗੇ ਲੜਾਈਆਂ ਹੁੰਦੀਆਂ ਸੀ ਤੇ ਬਹੁਤ ਸਾਰੇ ਲੋਕ ਜਿਹੜੇ ਨਾ ਉੱਜੜ ਪੁੱਜੜ ਜਾਂਦੇ ਸੀਗੇ। ਕਹਿ ਲਓ ਕਿ ਜਿੱਦਾਂ ਪਾਕਿਸਤਾਨ ਵੀ ਜਦੋਂ ਬਣਿਆ ਸੀ ਤਾਂ ਉਦੋਂ ਬਹੁਤ ਸਾਰੇ ਲੋਕ ਜਿਹੜੇ ਆ ਨਾ ਰੌਲੇ ਗੋਲਿਆਂ ਦੇ ਵਿੱਚ ਉੱਜੜ ਗਏ ਸੀ, ਘਰੋਂ ਬੇਘਰ ਹੋ ਗਏ ਸੀ। ਤਾਂ ਬਾਬਾ ਕਹਿੰਦਾ ਆ ਕਿ ਉਹਨੇ ਜਿਹੜਾ ਆ ਉਹ ਸਾਰੇ ਲੜਾਈ ਝਗੜੇ ਆਪਣੇ ਅੱਖੀ ਦੇਖੇ ਸੀ, ਉਜਾੜੇ ਆਪਣੀ ਅੱਖੀ ਦੇਖੇ। ਥੋੜੀ ਬੇਬੇ ਨੇ ਸਾਰੀ ਉਮਰ ਨਾ ਚੱਜ ਦਾ ਖਾਇਆ ਤੇ ਨਾ ਹੰਡਾਇਆ ਹੁੰਦਾ
ਚੰਗਾ ਕੱਪੜਾ ਪਾਉਣਾ। ਤਾਂ ਜਿਹੜਾ ਬਾਬਾ ਆ ਉਹ ਕਹਿੰਦਾ ਆ ਕਿ ਉਹਦੀ ਜਿਹੜੀ ਵਹੁਟੀ ਸੀ ਸਾਰੀ ਉਮਰ ਨਾ ਉਹਨੇ ਚੱਜ ਦਾ ਖਾਧਾ ਤੇ ਨਾ ਹੀ ਉਹਨੇ ਚੱਜ ਦਾ ਕੱਪੜਾ ਪਾਇਆ। ਇਹੀ ਚਿੰਤਾ ਬਈ ਢੇਰੀ ਵਧੀ ਹੁੰਦੀ ਆ ਪੈਸਾ ਜਿਹੜਾ ਆ ਉਹ ਜ਼ਿਆਦਾ ਇਕੱਠਾ ਕਰਨਾ। ਸਾਰੀ ਉਮਰ ਉਹਨੂੰ ਕੀ ਚਿੰਤਾ ਲੱਗੀ ਰਹੀ ਕਿ ਜਿਹੜੀ ਆ ਉਹਦੀ ਨੋਟਾਂ ਦੀ ਢੇਰੀ ਵੱਧਦੀ ਰਹੇ। ਕਿਉਂ ਵੱਧਦੀ ਰਹੇ? ਦੋਹਾਂ ਪੁੱਤਾਂ ਨੂੰ ਕੋਈ ਔਖ ਨਾ ਰਵੇ, ਤਾਂ ਕਿ ਉਹਦੇ ਜਿਹੜੇ ਦੋਨੋਂ ਪੁੱਤਰ ਹੈ ਸੱਜਣ ਤੇ ਸੁੰਦਰ, ਉਹਨਾਂ ਨੂੰ ਕੋਈ ਵੀ ਤਕਲੀਫ ਨਾ ਹੋਵੇ। ਕਹਿੰਦੇ ਬੜੀਆਂ ਬੁੜੀਆਂ ਨੂੰ ਕੁੜੀਆਂ ਦਾ ਬਾਲਾ ਤੇ ਹੁੰਦਾ। ਕਹਿੰਦੇ ਆ ਕਿ ਆਮ ਕਰਕੇ ਜਿਹੜੀਆਂ ਮਾਵਾਂ ਹੁੰਦੀਆਂ ਨਾ, ਇੱਥੇ ਬੁੜੀਆਂ ਦਾ ਮਤਲਬ ਮਾਵਾਂ ਤੋਂ ਲਿਆ ਗਿਆ ਔਰਤਾਂ, ਕਿ ਜਿਹੜੀਆਂ ਬੁੜੀਆਂ ਹੁੰਦੀਆਂ ਨਾ ਉਹਨਾਂ ਨੂੰ ਆਪਣੀਆਂ ਧੀਆਂ ਦੇ ਨਾਲ, ਕੁੜੀਆਂ ਮਤਲਬ ਧੀਆਂ ਦੇ ਨਾਲ, ਬਾਲਾ ਮਤਲਬ ਜ਼ਿਆਦਾ, ਤੇ ਮਤਲਬ ਪਿਆਰ, ਕਿ ਆਮ ਕਰਕੇ ਮਾਵਾਂ ਨੂੰ ਆਪਣੀਆਂ ਧੀਆਂ ਦੇ ਨਾਲ ਜ਼ਿਆਦਾ ਪਿਆਰ ਹੁੰਦਾ ਹੈ। ਪਰ ਉਸ ਰੱਬ ਦੀ ਬੰਦੀ ਨੇ, ਮਤਲਬ ਬਜ਼ੁਰਗ ਦੀ ਜਿਹੜੀ ਪਤਨੀ ਸੀ, ਕਿ ਰੱਬ ਦੀ ਬੰਦੀ ਨੇ ਆਪਣੀਆਂ ਧੀਆਂ ਨੂੰ ਜੱਗੋਂ ਬਾਹਰਾ ਕੁਝ ਨਹੀਂ ਦਿੱਤਾ। ਕਿ ਜਿਹੜੀ ਬਜ਼ੁਰਗ ਸੀ ਉਹਦੀ ਪਤਨੀ ਨੇ ਆਪਣੀਆਂ ਧੀਆਂ ਨੂੰ ਦਹੇਜ ਦੇ ਵਿੱਚ ਕੋਈ ਬਹੁਤਾ ਜ਼ਿਆਦਾ ਨਹੀਂ ਦਿੱਤਾ। ਕਿਉਂ ਨਾ ਦਿੱਤਾ? ਬਈ ਮੇਰੇ ਪੁੱਤ ਰੁਲਦੇ ਨਾ ਫਿਰ, ਕਿ ਉਹਦੇ ਪੁੱਤ ਜਿਹੜੇ ਆ ਉਹ ਰੁਲਣ ਨਾ, ਮਤਲਬ ਉਹਨਾਂ ਨੂੰ ਕੋਈ ਵੀ ਤਕਲੀਫ ਨਾ ਹੋਵੇ। ਹੌਕਾ ਭਰ ਕੇ, ਦੁਖੀ ਹੋ ਕੇ ਚੰਗਾ ਹੋਇਆ ਉਹ ਟਾਈਮ ਸਿਰ ਚਲੇ ਗਈ। ਇੱਥੇ ਜਿਹੜਾ ਇਹ ਬਜ਼ੁਰਗ ਕਹਿ ਰਿਹਾ ਗੱਲ ਕਿ ਚੰਗਾ ਹੋਇਆ ਉਹਦੀ ਜਿਹੜੀ ਪਤਨੀ ਹੈ ਸਮੇਂ ਸਿਰ ਰੱਬ ਨੂੰ ਪਿਆਰੀ ਹੋ ਗਈ। ਨਹੀਂ, ਆਹ ਦੇਖ ਕੇ ਤਾਂ ਉਹਨੇ ਜਿੰਦੀ ਦਾ ਮਰਨ ਹੋ ਜਾਣਾ ਸੀ। ਕਿ ਜੇਕਰ ਅੱਜ ਜੋ ਘਰਾਂ ਦੇ ਹਾਲਾਤ ਆ, ਉਹਦੇ ਘਰ ਦਾ ਬਟਵਾਰਾ ਹੋ ਗਿਆ ਆ, ਨਿੱਤ ਦਾ ਕਲੇਸ਼ ਉਹਦੀਆਂ ਨੂੰਹਾਂ ਕਰਦੀਆਂ ਨੇ। ਕਹਿੰਦੇ ਕਿ ਜੇ ਉਹ ਜੀਂਦੀ ਹੁੰਦੀ, ਆਪਣੀ ਅੱਖੀਂ ਲੜਾਈ ਝਗੜਾ ਦੇਖਦੀ, ਤਾਂ ਉਹਨੇ ਤਾਂ ਜੀਂਦੀ ਜੀ ਨੇ ਮਰ ਜਾਣਾ ਸੀ। ਇਹ ਸਾਰਾ ਕੁਝ ਦੇਖ ਕੇ ਜਿਵੇਂ ਮੈਂ ਭੂਰਾ ਕਰਕੇ ਖੁਰਦਾ ਜਾਣਾ, ਮਤਲਬ ਰੋਜ਼ ਥੋੜਾ ਕਰਕੇ ਉਹ ਮਰ ਰਿਹਾ। ਕਹਿੰਦਾ ਕਿ ਜਿਸ ਤਰ੍ਹਾਂ ਉਹ ਜਿਹੜਾ ਆ ਉਹ ਥੋੜਾ ਕਰਕੇ ਮਰਦਾ ਆ, ਉਸੇ ਤਰ੍ਹਾਂ ਉਹਨੇ ਵੀ ਜਿਹੜਾ ਆ ਇਸੇ ਤਰ੍ਹਾਂ ਤਕਲੀਫਾਂ ਸਹਿਣੀਆਂ ਸੀ। ਦੀਪਾ, ਬਾਬਾ ਜੀ ਅਸੀਂ ਤਾਂ ਤੁਹਾਤੋਂ ਹੌਸਲਾ ਲੈਣਾ, ਸਗੋਂ ਤੁਸੀਂ ਆਪ ਹੀ ਢੇਰੀ ਢਾਈ ਜਾਂਦੇ ਹੋ। ਢੇਰੀ ਢਾਣੀ ਹੁੰਦੀ ਹਿੰਮਤ ਹਾਰਨਾ। ਅਸੀਂ ਤਾਂ ਇਹ ਕਹਿੰਦੇ ਆ ਬਈ ਅਸਾਂ ਕੋਈ ਰਲ ਕੇ ਸਕੀਮ ਬਣਾਈਏ ਬਈ ਇਹ ਨਿੱਤ ਦੇ ਕਲੇਸ਼ ਦਾ ਕੋਈ ਹੱਲ ਬਣੇ। ਸੋ ਅਖੀਰ ਜਿਹੜਾ ਆ ਦੀਪਾ ਬਾਬੇ ਨੂੰ ਕਹਿੰਦਾ ਆ ਕਿ ਉਹ ਜਿਹੜੀ ਆ ਕੋਈ ਰਲ ਕੇ ਇਹੋ ਜਿਹੀ ਯੋਜਨਾ ਬਣਾਉਣ ਤਾਂ ਕਿ ਇਹ ਜਿਹੜਾ ਕਲੇਸ਼ ਹੈ ਉਹ ਖਤਮ ਹੋ ਜਾਵੇ। ਜਿੰਦਾ, ਆਹੋ ਇਹੀ ਮੈਂ ਕਹਿੰਦਾ। ਸਾਰੇ ਆਪਸ ਵਿੱਚ ਸਲਾਹ ਮਸ਼ਵਰਾ ਕਰਦੇ ਨੇ, ਵਿੱਚ ਵਾਰੀ ਸਭ ਦੇ ਸਿਰ ਹਿਲਦੇ ਨੇ। ਦ੍ਰਿਸ਼ ਸੱਤਵਾਂ ਫੇਡਿਨ ਵੇਲਾ ਸ਼ਾਮਾਂ ਦਾ ਚੁੱਲ੍ਹੇ ਧੁਖ ਰਹੇ ਹਨ। ਦੋਵੇਂ ਪਾਸੇ ਸੱਜਣ ਦੀਪਾ ਅਤੇ ਸੁੰਦਰ ਤੇ ਜਿੰਦਾ ਰੋਟੀ ਖਾ ਰਹੇ ਹਨ। ਸੰਤੀ ਤੇ ਕਰਤਾਰੀ ਪਕਾ ਰਹੀਆਂ। ਕਾਰਜ ਦੋਵੇਂ ਪਾਸੇ ਬਰਾਬਰ ਚੱਲਦਾ। ਇੱਕ ਪਾਸੇ ਕਰਤਾਰੀ ਹੌਲੀ ਆਵਾਜ਼ ਵਿੱਚ, ਬਸ ਹੁਣ ਨਹੀਂ ਮੈਥੋਂ ਚੱਲਿਆ ਜਾਂਦਾ, ਇੱਥੋਂ ਚਲੋ ਖੇਤ ਪਾਓ ਘਰ, ਇਸ ਖਲਜਗਨ ਚੋਂ ਨਿਕਲੀਏ। ਸੋ ਸਭ ਤੋਂ ਪਹਿਲਾਂ ਕਰਤਾਰੀ ਜਿਹੜੀ ਹੈ ਉਹ ਘਰ ਦੇ ਕਲੇਸ਼ ਤੋਂ ਦੁਖੀ ਹੋ ਕੇ ਕੀ ਕਹਿੰਦੇ ਆ ਕਿ ਹੁਣ ਉਹਦੇ ਕੋਲ ਜਿਹੜਾ ਆ ਰੋਜ਼ ਦਾ ਘਰ ਦਾ ਕਲੇਸ਼ ਨਹੀਂ ਸਹਿਆ ਜਾਂਦਾ। ਇਸ ਕਰਕੇ ਉਹ ਚਾਹੁੰਦੀ ਹੈ ਕਿ ਇਹ ਰੋਜ਼ ਦਾ ਜਿਹੜਾ ਖਲਜਗਨ ਹੈ ਉਹ ਚੋਂ ਨਿਕਲਿਆ ਜਾਵੇ ਤੇ ਉਹ ਇਸ ਘਰ ਨੂੰ ਛੱਡ ਕੇ ਖੇਤਾਂ ਦੇ ਵਿੱਚ ਜਾ ਕੇ ਆਪਣਾ ਘਰ ਪਾ ਲੈਣ। ਸੱਜਣ, ਨਾ ਹੁਣ ਪਿਓ ਦਾਦੇ ਦਾ ਘਰ ਛੱਡ ਕੇ ਜੰਗਲ 'ਚ ਜਾ ਵਸੀਏ ਤੁਹਾਡੇ ਇਸ ਜਨਾਨਖਾਨੇ ਖਾਤਰ ਮਤਲਬ ਜਨਾਨੀਆਂ ਦੇ ਝਗੜੇ ਕਾਰਨ। ਸੋ ਜਿਹੜਾ ਸੱਜਣ ਆ ਉਹ ਆਪਣੀ ਪਤਨੀ ਦੇ ਵਿਰੁੱਧ ਆ। ਉਹ ਕੀ ਕਹਿੰਦਾ ਆ ਕਿ ਤੁਹਾਡੇ ਦੋਨਾਂ ਦੇ ਝਗੜੇ ਕਾਰਨ ਉਹ ਆਪਣੇ ਪਿਓ ਦਾਦੇ ਦਾ ਜਿਹੜਾ ਘਰ ਆ ਉਹਨੂੰ ਛੱਡ ਕੇ ਨਹੀਂ ਜਾ ਸਕਦਾ। ਕਰਤਾਰੀ, ਕਿਉਂ ਜੰਗਲ ਨੂੰ ਕੀ ਹੈ, ਹੋਰ ਅੱਧਾ ਪਿੰਡ ਨਹੀਂ ਖੇਤਾਂ 'ਚ ਘਰ ਪਾ ਰਹਿੰਦਾ। ਸੱਜਣ, ਆਹੋ ਨਿੱਤ ਕਜੀਏ ਵੀ ਖੇਤਾਂ ਆਲਿਆਂ ਨੂੰ ਹੀ ਸੁਣੀਂਦੇ ਨੇ। ਇੰਪੋਰਟੈਂਟ ਲਾਈਨਸ ਹੈ ਕਿ ਜਿਹੜਾ ਸੱਜਣ ਆ ਉਹ ਖੇਤਾਂ ਦੇ ਵਿੱਚ ਘਰ ਬਣਾਉਣ ਦੇ ਵਿਰੁੱਧ ਕਿਉਂ ਸੀ। ਉਹ ਕਹਿੰਦਾ ਆ ਕਿ ਜਿਹੜੀਆਂ ਨਿੱਤ ਦੀਆਂ ਮੁਸੀਬਤਾਂ, ਕਜੀਏ ਹੁੰਦਾ ਮੁਸੀਬਤਾਂ, ਕਿ ਜਿਹੜੇ ਨਿੱਤ ਦੀਆਂ ਮੁਸੀਬਤਾਂ ਨੇ ਨਾ ਉਹ ਵੀ ਖੇਤਾਂ ਵਾਲਿਆਂ ਨੂੰ, ਜਿਹੜੇ ਲੋਕ ਖੇਤਾਂ ਦੇ ਵਿੱਚ ਜਾ ਕੇ ਘਰ ਫਾਰਮ ਹਾਊਸ ਬਣਾਉਂਦੇ ਨੇ ਨਾ, ਵੱਡੇ ਘਰ ਕੋਠੀਆਂ ਪਾ ਲੈਂਦੇ ਨੇ, ਉਹ ਸਭ ਤੋਂ ਜ਼ਿਆਦਾ ਮੁਸੀਬਤਾਂ ਉਹਨਾਂ ਨੂੰ ਹੀ ਸਹਿਣੀਆਂ ਪੈਂਦੀਆਂ ਆ। ਕਦੋਂ ਉੱਥੇ ਗੋਲੀ ਚੱਲ ਗਈ, ਕਦੋਂ ਧੂਕੜੀਸ ਹੋ ਗਈ, ਕਿਉਂਕਿ ਖੇਤਾਂ ਦੇ ਵਿੱਚ ਖੁੱਲ੍ਹੇ, ਜਿੱਥੇ ਕਹਿ ਲਓ ਕਿ ਸਾਰਾ ਆਲੇ ਦੁਆਲੇ ਦਾ ਏਰੀਆ ਖੁੱਲ੍ਹਾ ਹੁੰਦਾ, ਆਬਾਦੀ ਨਹੀਂ ਹੁੰਦੀ, ਉੱਥੇ ਜਦੋਂ ਕੋਈ ਗੋਲੀ ਚੱਲ ਜਾਵੇ, ਧੂਕੜੀਸ ਮਤਲਬ ਕਿਸੇ ਨੂੰ ਜਿਹੜੀ ਆ ਕਿਸੇ ਦੇ ਨਾਲ ਖਿੱਚਾ ਤੋਈ ਹੋ ਜਾਵੇ, ਕੋਈ ਜਿਹੜਾ ਕਿਸੇ ਨੂੰ ਚੱਕ ਕੇ ਲੈ ਜਾਣ, ਇਹਨਾਂ ਵਾਰਦਾਤਾਂ ਦਾ ਕੋਈ ਵੀ ਪਤਾ ਨਹੀਂ ਲੱਗਦਾ। ਵੱਡੇ ਫਾਰਮ ਹਾਊਸਾਂ ਦੀ ਮਾਲਕੀ ਦੇ ਚੱਟੇ ਵੇ ਕਿ ਜਿਹੜੇ ਵੱਡੇ ਫਾਰਮ ਹਾਊਸ ਹੈ ਨਾ, ਜਿਹੜੇ ਉਹਨਾਂ ਦੇ ਮਾਲਕ ਹੈਗੇ, ਉਹਨਾਂ ਨੂੰ ਇਸ ਤਰ੍ਹਾਂ ਦੇ ਜਿਹੜੇ ਆ ਕਈ ਨੁਕਸਾਨ ਸਹਿਣੇ ਪੈਂਦੇ ਆ। ਕਿਉਂਕਿ ਜਿਹੜਾ ਹੈ ਖੇਤਾਂ ਦੇ ਵਿੱਚ ਫਾਰਮ ਹਾਊਸ ਬਣਾਉਣਾ ਕਿਸੇ ਵੀ ਤਰ੍ਹਾਂ ਸੇਫ ਨਹੀਂ ਆ। ਕਰਤਾਰੀ, ਨਾ ਬੰਦਿਆਂ ਨਾਲ ਹੀ ਹੁੰਦੀਆਂ, ਹੋਰ ਤੂੰ ਪਿੰਡ 'ਚ ਬੈਠਿਆਂ ਨੂੰ ਤਾਂ ਕੁਛ ਨਹੀਂ ਹੁੰਦਾ ਜਿਵੇਂ। ਸੋ ਕਰਤਾਰੀ ਜਿਹੜੀ ਹੈ ਉਹ ਇਸ ਚੀਜ਼ ਦਾ ਵਿਰੋਧ ਕਰਦੀ ਹੈ ਕਿ ਜਿਹੜਾ ਹੈ ਇੱਦਾਂ ਦੀ ਗੋਲੀ ਚੱਲਣ ਦੀ ਵਾਰਦਾਤ ਜਾਂ ਧੂਖ ਢੀਸ ਹੋ ਗਈ, ਉਹ ਸਿਰਫ ਖੇਤਾਂ ਵਿੱਚ ਥੋੜ੍ਹੇ ਹੁੰਦੀ ਆ, ਪਿੰਡਾਂ ਵਿੱਚ ਵੀ ਤਾਂ ਇਸ ਤਰ੍ਹਾਂ ਦਾ ਕੁਛ ਹੋ ਹੀ ਸਕਦਾ ਨਾ। ਦੀਪਾ, ਪਿੰਡ 'ਚ ਫਿਰ ਚਾਰ ਭਾਈ ਨਾਲ ਹੁੰਦੇ ਨੇ ਬੇਬੇ, 100
ਪਰ ਜਿਹੜਾ ਦੀਪਾ ਦਾ ਪੁੱਤਰ ਉਹਨੂੰ ਸਮਝਾਉਂਦਾ ਆ ਕਿ ਜੇਕਰ ਪਿੰਡ ਦੇ ਵਿੱਚ ਕੋਈ ਵੀ ਮੁਸੀਬਤ ਆ ਜਾਵੇ ਨਾ ਤਾਂ ਉੱਥੇ ਜਿਹੜੇ 4 ਭਰਾ ਇੱਕ ਦੂਜੇ ਦਾ ਸਾਥ ਦੇਣ ਲਈ ਹੁੰਦੇ ਆ, ਪਰ ਖੇਤਾਂ ਦੇ ਵਿੱਚ ਜਿੱਥੇ ਕੋਈ ਆਬਾਦੀ ਰੌਣਕ ਨਹੀਂ ਹੁੰਦੀ, ਖੁੱਲ੍ਹੇ ਮੈਦਾਨ ਹੁੰਦੇ, ਖੁੱਲ੍ਹਾ ਏਰੀਆ ਹੁੰਦਾ, ਉੱਥੇ ਜੇਕਰ ਕੋਈ ਵਾਰਦਾਤ ਹੋ ਜਾਵੇ ਤਾਂ ਸਾਡਾ ਜਿਹੜਾ ਹੈ ਕੋਈ ਵੀ ਮਦਦ ਕਰਨ ਵਾਲਾ ਨਹੀਂ ਹੁੰਦਾ। ਕਰਤਾਰੀ ਵਿੱਚੋਂ ਕੱਟ ਕੇ ਰਹਿਣ ਦੇ ਤੂੰ ਵੱਡੇ ਭਾਈਆਂ ਦੇ ਕਿੱਸੇ, ਆ ਭਾਈਆਂ ਦੇ ਪੱਟੇ ਹੀ ਤਾਂ ਨੇ ਇੱਥੋਂ ਭੱਜਣ ਨੂੰ ਫਿਰਦੇ। ਕਰਤਾਰੀ ਕਹਿੰਦੀ ਹੈ ਕਿ ਤੂੰ ਜਿਹੜਾ ਭਰਾਵਾਂ ਦਾ ਵਾਸਤਾ ਦੇਣਾ ਉਹ ਰਹਿਣ ਦੇ, ਇਸ ਘਰ ਦੇ ਵਿੱਚ ਵੀ ਤਾਂ ਭਰਾ ਹੀ ਨੇ ਸੱਜਣ ਤੇ ਸੁੰਦਰ, ਤਾਂ ਵੀ ਉਹਨਾਂ ਦੀ ਆਪਸ ਵਿੱਚ ਜਰਾ ਜਿੰਨੀ ਜਿਹੜੀ ਆ ਸਾਂਝ ਨਹੀਂ ਹੈ। ਦੀਪਾ ਬੇ ਤੂੰ ਵਾਰਿਸ ਸ਼ਾਹ ਨੂੰ ਭੁੱਲ ਗਈ, ਅਖੇ ਭਾਈਆਂ ਬਾਜ ਨਾ ਮਜਲਸਾਂ, ਮਜਲਸ ਹੁੰਦੀਆਂ ਮਹਿਫਲਾਂ, ਸੌਂਦੀਆਂ ਮਤਲਬ ਚੰਗੀਆਂ, ਭਾਈਆਂ ਬਾਜ ਬਾਗੀ ਬਹਾਰ ਨੇ। ਪਰ ਜਿਹੜਾ ਦੀਪਾ ਆਪਣੀ ਮਾਂ ਨੂੰ ਸਮਝਾਉਂਦਾ ਆ ਕਿ ਵਾਰਿਸ ਸ਼ਾਹ ਨੇ ਕਿਹਾ ਆ ਕਿ ਭਰਾਵਾਂ ਤੋਂ ਬਿਨਾਂ ਨਾ ਤਾਂ ਮਹਿਫਿਲਾਂ ਚੰਗੀਆਂ ਲੱਗਦੀਆਂ ਨੇ ਤੇ ਨਾ ਹੀ ਭਰਾਵਾਂ ਤੋਂ ਬਾਅਦ ਜਿਹੜੀ ਆ ਬਾਗ ਬਹਾਰ ਜਿਹੜੀ ਆ ਉਹ ਚੰਗੀ ਲੱਗਦੀ। ਕਹਿਣ ਤੋਂ ਭਾਵ ਕੀ ਹੈ ਕਿ ਇਕੱਲੇ ਘਰ ਗੁਜ਼ਾਰਾ ਨਹੀਂ ਹੁੰਦਾ, ਭਰਾਵਾਂ ਦੇ ਨਾਲ ਹੀ ਜਿਹੜਾ ਆ ਘਰਾਂ ਦੇ ਵਿੱਚ ਰੌਣਕ ਰਹਿੰਦੀ ਹੈ। ਕਰਤਾਰੀ ਮੈਂ ਚਿਮਟਾ ਮਾਰੂ ਤੱਤਾ ਸਾਰੀ ਕਵਿਸਰੀ ਹੁੰਦੀ, ਕਵਿਤਾ ਕੱਢ ਦੂੰ ਬਾਹਰ। ਸੰਤੀ ਬਸ ਤੂੰ ਹੋ ਗਈ ਜਿੰਦੇ ਦੇ ਬਾਪੂ, ਹੁਣ ਨਹੀਂ ਸਬਰ ਹੁੰਦਾ, ਚਾਹੇ 3 ਘਰ ਚਾਹੇ 5, ਵੇਚ ਕੇ ਘਰ ਜ਼ਮੀਨ ਚੱਲ ਸ਼ਹਿਰ ਚਲੀ। ਸੋ ਇੱਕ ਪਾਸੇ ਕਰਤਾਰੀ ਜਿਹੜੀ ਹੈ ਉਹ ਘਰ ਛੱਡ ਕੇ ਖੇਤਾਂ ਵਿੱਚ ਘਰ ਪਾਉਣ ਲਈ ਤਿਆਰ ਬੈਠੀ ਆ, ਤੇ ਦੂਜੇ ਪਾਸੇ ਸੰਤੀ ਜਿਹੜੀ ਆ ਉਹ ਆਪਣਾ ਘਰ ਛੱਡ ਕੇ ਸ਼ਹਿਰ ਜਾਣ ਨੂੰ ਤਿਆਰ ਬੈਠੀ ਆ। ਸੁੰਦਰ ਨਾ ਸ਼ਹਿਰ ਉੱਥੇ ਸਟੇਸ਼ਨ ਤੇ ਬਾਹਾਂ ਲੰਬੀ ਕਰੀ ਬੈਠੇ ਆ ਸਾਰੇ ਡੀਸੀ ਟੀਸੀ ਬਈ ਆਓ, चिल्ला के संती दे लहजे की नकल करता होया महारानी संती के टब्बर जी आपका स्वागत है। पर जिहड़ा सुंदर आ वो अपनी पत्नी का विरोध करता है कि शहर दे विच उहदा कोई स्वागत करने लई नहीं बैठा कि संती का जिहड़ा परिवार आ रहा तो खुल के बाहां खोल के उन्हां दा स्वागत करो। संती मेरी गल टालना, स्वागत नूं होर उत्थे धक्के मार के कढ देणगे, 100 काम नहीं करने वाले, कोई अपना काम कर लांगे, होर नहीं 4 मझां रख के डेयरी फार्म ही चला लांगे। कहंदे शहरां 'च इस काम की बड़ी बुक्कत मतलब कीमत। सो संती जिहड़ी है वो घर छड्ड के शहर जाके अपना डेयरी फार्म खोलना चाहती है ताकि कमाई होवे। चिंता बेबे शहर वालियां तां इस तो बिना सरदा तां नहीं, पर इस काम वालियां नूं उत्थे छिक्किया होया आंगू शहर दे विच नहीं बंदे छिक्किया हुंदा आ, बाहर कढ़िया होया। सो जिंदा जिहड़ा अपनी मां नूं समझाउंदा आ कि बेशक जिहड़ा आ शहरां दा दुੱਧ तो बिना सरदा तां नहीं है, पर इस कित्ते नूं जिहड़ा आ ਉਹ शहरां दे विचों कढ दित्ता गया है। क्यों कहंदे बई दुੱਧ सानूं पिलाओ रजवा, पर डंगर शहर तो से परे परे, कि शहरां दे विच जिहड़ा है डंगर पालना, डंगर रखना, डेयरी फार्म खोलन दी जिहड़ी हैगी आ वो खुल नहीं है। संती ले एवें ही उई मारी जाने पकाई। जिंदा ना होर कि बेबे आ चंडीगढ़ च तां डंगर पशु 10-10 मील तक हद च वड़ना अलाउड, जे किते दिख जाए कैद नाले जुर्माना। सो जिंदा अपनी मां नूं समझाउंदा आ कि चंडीगढ़ वर्गा जिहड़ा शहर आ उहदे विच पशु जिहड़े आ पालने सख्त मनाई आ, 10-10 मील दे घेरे तक जिहड़ा आ पशुआं नूं वड़न नहीं दित्ता जांदा, और जे किते पशु दिख भी जावे तां नाले कैद हुंदी है ते नाले उहनूं जुर्माना भी लगदा आ। संती झिड़के तू अपनियां जबलियां दे ऊट पटांग गल्लां रख एक पासे, सुंदर नूं सुन लै चाहे एक बार चाहे 1000 बार। तीहो काल मतलब हमेशा लई, मैं नहीं रहना इत्थे नित दे कंजर कलेश इत्थों सांभो लटापटा हुंदा समान ते तुरो शहर। सो संती कहंदी है कि उन्हें इस घर दे विच नहीं रहना, अपना जिहड़ा है समान सांभो ते शहर नूं चलो। दोहें पासे एक दूजे नाल गल्लां करन समझाउण दा माइम जिहड़ा है जारी रहिंदा है। माइम मतलब लगातार इक्को सुर दे विच जिहड़ी है वो एक दूजे दा कह लो समझाउण दा जां एक दूजे दा विरोध दा जिहड़ा तर्जमा आ वो जारी रहिंदा है। सो अज आप इत्थों तक करांगे, फिर जिहड़ा लास्ट पार्ट है नैक्सट लैक्चर दे विच करांगे। ठीक है, ओके।